TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਉਹਨਾਂ ਘਟਨਾਵਾਂ, ਉਹਨਾਂ ਖਬਰਾਂ ਤੇ ਨਜ਼ਰ ਮਾਰ ਲਈਏ ਜਿਨ੍ਹਾਂ ਨੂੰ ਪ੍ਰੋਗਰਾਮ ਦੌਰਾਨ ਵਿਸਥਾਰ ਸਹਿਤ ਵਿਚਾਰਿਆ ਜਾਏਗਾ। ਟੋਕੀਓ ਓਲੰਪਿਕਸ ਵਿੱਚ ਦੇਖਣ ਨੂੰ ਮਿਲਿਆ ਅੱਜ ਤੱਕ ਦਾ ਸਭ ਤੋਂ ਵੱਖਰਾ ਨਜ਼ਾਰਾ। ਸਾਰਿਆਂ ਦੀਆਂ ਨਜ਼ਰਾਂ ਮਹਿਲਾ ਹਾਕੀ ਟੀਮ ਤੇ। ਸੈਮੀਫਾਈਨਲ ਵਿੱਚ ਅਰਜਨਟੀਨਾ ਨਾਲ ਹੋਵੇਗਾ ਮੁਕਾਬਲਾ। ਦੂਜੀ ਜਮਾਤ ਵਿੱਚ ਪੜ੍ਹਦੇ ਬੱਚੇ ਨੇ ਸੈਂਕੜੇ ਜ਼ਿੰਦਗੀਆਂ ਬਚਾਈਆਂ। ਰਾਹੁਲ ਦੇ ਸੱਦੇ ਤੇ ਵਿਰੋਧੀ ਹੋਏ ਇਕੱਠੇ। ਹੈਰੋਇਨ ਸਮਗਲਿੰਗ ਮਾਮਲੇ ਵਿੱਚ ਅਕਾਲੀ ਆਗੂ ਦੇ ਗ੍ਰਿਫਤਾਰੀ ਵਾਰੰਟ ਜਾਰੀ। ਅਤੇ ਅਟਾਰੀ ਨੇੜਲੇ ਪਿੰਡ ਮੁਹਾਵਾ ਦੀ ਕਿਸਾਨ ਬੀਬੀ ਸਿੰਘੂ ਸਰਹੱਦ ਤੇ ਮੌਤ ਦੇ ਮੂੰਹ ਵਿੱਚ ਗਈ। ਹੁਣ ਦੋਸਤੋ, ਇਹ ਕੁਝ ਖਬਰਾਂ ਨੇ, ਇਹਦੇ ਨਾਲ ਕੁਝ ਹੋਰ ਘਟਨਾਵਾਂ ਦਾ ਜ਼ਿਕਰ ਵੀ ਰਹੇਗਾ। ਇੱਧਰ ਨੂੰ ਪਹਿਲਾਂ ਵਧੀਏ, ਉਹਦੇ ਤੋਂ ਪਹਿਲਾਂ ਤੁਹਾਨੂੰ ਬੇਨਤੀ ਇਹ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਧੰਨਵਾਦੀ ਹੋਵਾਂਗੇ। ਆਓ ਹੁਣ ਇਕੱਲੀ ਖਬਰ ਦੀ ਸਾਰ ਲੈਂਦੇ ਹਾਂ। ਟੋਕੀਓ ਓਲੰਪਿਕਸ ਚੱਲ ਰਹੀਆਂ ਨੇ। ਹਰ ਇੱਕ ਮੁਲਕ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਉਹਨਾਂ ਦੇ ਖਿਡਾਰੀ, ਉਹਨਾਂ ਦੇ ਐਥਲੀਟ ਤਮਗਾ ਲੈ ਕੇ ਪਰਤਣ, ਗੋਲਡ ਲੈ ਕੇ ਆਉਣ, ਸਿਲਵਰ ਲੈ ਕੇ ਆਉਣ, ਬ੍ਰਾਊਨਜ਼ ਲੈ ਕੇ ਆਉਣ, ਖਾਲੀ ਹੱਥ ਨਾ ਪਰਤਣ। ਸਾਰਿਆਂ ਦੀਆਂ ਆਸਾਂ ਉਮੀਦਾਂ ਇਸ ਗੱਲ ਤੇ ਵੀ ਟਿਕੀਆਂ ਹੁੰਦੀਆਂ ਨੇ ਕਿ ਮੇਰਾ ਨਾਮ ਦੁਨੀਆ ਦੇ ਸੁਨਹਿਰੀ ਪੰਨਿਆਂ ਦੇ ਵਿੱਚ ਸੁਨਹਿਰੀ ਤਮਗਾ ਲੈਣ ਦੇ ਕਾਰਨ ਦਰਜ ਹੋ ਜਾਏ। ਪਰ ਉਸ ਵਕਤ ਟੋਕੀਓ ਓਲੰਪਿਕਸ ਦੇ ਵਿੱਚ ਇੱਕ ਵੱਖਰਾ ਨਜ਼ਾਰਾ ਵੇਖਣ ਨੂੰ ਮਿਲਿਆ ਜਦੋਂ ਸਟੇਡੀਅਮ ਦੇ ਵਿੱਚ ਇੱਕ ਅਲੌਕਿਕ ਅੱਖਾਂ, ਇੱਕ ਵੱਖਰੀ ਅੱਖਾਂ, ਦੁਨੀਆ ਦੀ ਅੱਜ ਤੱਕ ਦੀ ਵੱਖਰੀ ਘਟਨਾ ਜਿਹਨੂੰ ਵੇਖ ਕੇ ਲੋਕ ਖੁਸ਼ ਵੀ ਹੋਏ, ਅੱਖਾਂ 'ਚ ਪਾਣੀ ਵੀ ਆਇਆ, ਆਪਣੀਆਂ ਸੀਟਾਂ ਤੇ ਖੜੇ ਵੀ ਹੋਏ ਤੇ ਉੱਠ ਕੇ ਤਾੜੀਆਂ ਵੀ ਮਾਰੀਆਂ। ਟੋਕੀਓ ਦੇ ਓਲੰਪਿਕ ਸਟੇਡੀਅਮ ਦੇ ਵਿੱਚ ਬੈਠੇ ਸਾਰੇ ਲੋਕ ਖੁਸ਼ ਵੀ ਨਜ਼ਰ ਆਏ ਤੇ ਅਥਰੂ ਪੂੰਝਦੇ ਵੀ ਨਜ਼ਰ ਆਏ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਇਸ ਤਰ੍ਹਾਂ ਦਾ ਕੀ ਵਾਪਰ ਗਿਆ। ਹੋਇਆ ਇਹ ਹੈ ਕਿ ਕਤਰ ਦਾ ਇੱਕ ਖਿਡਾਰੀ, ਉੱਚੀ ਛਾਲ ਲਾਉਣ ਵਾਲਾ ਮੁਤਾਜ ਈਸਾ ਬਰਸ਼ਿਮ, ਅਤੇ ਇਟਲੀ ਦਾ ਇਸੇ ਤਰ੍ਹਾਂ ਦਾ ਖਿਡਾਰੀ ਜਿਮਾਰਕੋ ਤੰਬਰੀ, ਮੁਕਾਬਲਾ ਚੱਲ ਰਿਹਾ ਸੀ। ਮੁਕਾਬਲੇ ਦੇ ਵਿੱਚ ਦੋਵੇਂ ਬਰਾਬਰ ਚੱਲ ਰਹੇ ਹੈ। ਮੁਕਾਬਲਾ ਫਿਰ ਕਾਹਦਾ, ਜੇ ਇੱਕ ਦੂਸਰੇ ਨੂੰ ਅੱਗੇ ਪਿੱਛੇ ਹੋਣ ਕਰਕੇ ਆਪਣੀ ਜਿੰਦ, ਆਪਣੀ ਜਾਨ ਨਾ ਝੋਕੀ। ਦੋਵੇਂ ਬਰਾਬਰ ਦੀਆਂ ਛਾਲਾਂ ਮਾਰ ਰਹੇ ਨੇ। ਉੱਚੀ ਛਾਲ ਮਾਰੀ ਇਹਨਾਂ ਨੇ 2.37 ਮੀਟਰ। ਦੋਨਾਂ ਨੇ ਇਹ ਤੋਂ ਅਗਲੇ ਨਿਸ਼ਾਨੇ ਵਾਸਤੇ ਛਾਲ ਮਾਰਨੀ ਸੀ ਪਰ ਦੋਵੇਂ ਨਾਕਾਮ ਰਹੇ। ਅਗਲਾ ਨਿਸ਼ਾਨਾ ਇਹਨਾਂ ਦਾ 2.39 ਮੀਟਰ ਦਾ ਸੀ। ਆਖਰੀ ਛਾਲ ਲਾਉਂਦੇ ਸਮੇਂ ਇਟਲੀ ਦੇ ਖਿਡਾਰੀ ਨੂੰ ਸੱਟ ਲੱਗਦੀ ਹੈ। ਹੁਣ ਜਿਹੜੇ ਬੰਦੇ ਨੂੰ ਸੱਟ ਲੱਗ ਗਈ ਉਹ ਛਾਲ ਕਿਵੇਂ ਮਾਰੂ? ਉਹਦੇ ਤੋਂ ਬਾਅਦ ਰੈਫਰੀ ਨੇ ਆਖਿਆ ਕਿ ਭਾਈ ਦੋਵੇਂ ਤੁਸੀਂ ਬਰਾਬਰ ਛਾਲ ਮਾਰੀ ਹੈ, ਦੋਵਾਂ ਨੇ ਇੱਕੋ ਹੀ ਸਥਾਨ ਤੱਕ ਉਚਾਈ ਤੇ ਛਾਲ ਮਾਰੀ ਹੈ। ਤੁਹਾਡੇ ਵਿੱਚੋਂ 골ਡ ਕਿਹਨੂੰ ਮਿਲੇ, ਤੁਹਾਡੇ ਵਿੱਚੋਂ ਸਿਲਵਰ ਕਿਹਨੂੰ ਮਿਲੇ? ਭਾਵ ਦੁਨੀਆ ਦੇ ਵਿੱਚੋਂ ਪਹਿਲੇ ਤੇ ਦੂਸਰੇ ਸਥਾਨ ਦੇ ਵਾਸਤੇ ਇੱਕ ਆਖਰੀ ਕੋਸ਼ਿਸ਼ ਹੋਰ ਕਰੋ। ਪਰ ਤੁਸੀਂ ਦੇਖੋ ਕਿ ਕਤਰ ਦਾ ਖਿਡਾਰੀ ਮੁਤਾਜ਼, ਉਹ ਜਾਣ ਗਿਆ, ਉਹਨੇ ਭਾਂਪ ਲਿਆ ਕਿ ਜਿਹੜਾ ਮੈਨੂੰ ਮੁਕਾਬਲਾ ਇਟਲੀ ਦਾ ਪਲੇਅਰ ਦੇ ਰਿਹਾ ਹੈ ਤੰਬਰੀ, ਉਹ ਤਾਂ ਸੱਟ ਲੱਗ ਚੁੱਕੀ ਹੈ। ਜਾਂ ਤਾਂ ਉਹ ਕੋਸ਼ਿਸ਼ ਨਹੀਂ ਕਰੂਗਾ, ਜੇ ਕੋਸ਼ਿਸ਼ ਕਰੂਗਾ ਤਾਂ ਉਹ ਮੇਰੇ ਵਰਗੀ, ਮੇਰੇ ਜਿੱਡੀ ਛਾਲ ਨਹੀਂ ਮਾਰ ਸਕਦਾ। ਜੇ ਕੋਸ਼ਿਸ਼ ਕਰ ਵੀ ਲਈ ਤਾਂ ਉਹ ਜਿੱਤ ਦਰਜ ਨਹੀਂ ਕਰ ਸਕਾ, ਭਾਵ 골ਡ ਮੈਡਲ ਨਹੀਂ ਲੈ ਸਕੇਗਾ। ਹੁਣ ਤੁਸੀਂ ਦੇਖੋ ਕਿ ਸਪੋਰਟਮੈਨਸ਼ਿਪ ਅਸਲ ਦੇ ਵਿੱਚ ਇਹ ਭਾਵਨਾ ਹੋਇਆ ਕੀ ਕਰਦੀ ਹੈ। ਕਤਰ ਦਾ ਖਿਡਾਰੀ, ਮੈਂ ਆਖਦਾ ਕਿ ਵੱਡੇ ਦਿਲ ਵਾਲਾ ਹੈ। ਮੈਨੂੰ ਲੱਗਦਾ ਕਿ ਉਹਨੇ ਸਮੁੱਚੀ ਦੁਨੀਆ ਦਾ ਦਿਲ ਜਿੱਤ ਲਿਆ। ਜਿੰਨੇ ਸਟੇਡੀਅਮ ਦੇ ਵਿੱਚ ਬੈਠੇ ਸੀ ਉਹ ਤਾਂ ਉਹਨੇ ਜਿੱਤਿਆ। ਤਮਗਾ ਤਾਂ ਉਹਨੇ ਜਿੱਤਿਆ। 골ਡ ਮੈਡਲ ਤਾਂ ਆਪਣੇ ਗਲ 'ਚ ਪਵਾਇਆ। ਕਤਰ ਦੇ ਖਿਡਾਰੀ ਮੁਤਾਜ਼ ਨੇ ਰੈਫਰੀ ਨੂੰ ਪੁੱਛਿਆ ਕਿ ਸੋਨ ਤਮਗਾ ਦੋਵੇਂ ਪਲੇਅਰਾਂ ਨੂੰ ਵੀ ਮਿਲ ਸਕਦਾ ਹੈ। ਉਹਨੂੰ ਪਤਾ ਲੱਗ ਗਿਆ ਸੀ ਕਿ ਦੂਸਰੇ ਖਿਡਾਰੀ ਨੂੰ ਸੱਟ ਲੱਗ ਗਈ ਹੈ, ਜੇ ਮੈਂ ਛਾਲ ਮਾਰਾਂਗਾ ਇਹਦੇ ਨਾਲੋਂ ਤਾਂ ਵੱਡੀ ਛਾਲ ਮਾਰ ਲੈਣੀ ਹੈ। ਰੈਫਰੀ ਨੇ ਖੇਡ ਦੀ ਜਿਹੜੀ ਨਿਯਮਾਂ ਵਾਲੀ ਕਿਤਾਬ ਫਰੋਲ ਲਈ। ਉਹਨੇ ਵੇਖ ਲਿਆ ਕਿ ਹਾਂ, ਹੋ ਸਕਦਾ ਹੈ। ਓਨੀ ਦੇਰ ਤੱਕ ਸਟੇਡੀਅਮ ਦੇ ਵਿੱਚ ਬੈਠੇ ਲੋਕ ਅੱਖਾਂ ਅੱਡ ਕੇ ਵੇਖ ਰਹੇ ਸੀ। ਇਕੱਲੇ ਸਟੇਡੀਅਮ 'ਚ ਬੈਠੇ ਨਹੀਂ, ਦੁਨੀਆ ਭਰ ਦੇ ਲੋਕ ਇਹ ਸਭ ਕੁਝ ਆਪਣੇ ਟੀਵੀ ਚੈਨਲ ਦੇ ਰਾਹੀਂ ਵੇਖ ਰਹੇ ਸੀ। ਅਖੀਰ ਰੈਫਰੀ ਨੇ ਦੱਸ ਦਿੱਤਾ ਕਿ ਸੰਭਵ ਹੈ ਕਿ ਤੁਹਾਨੂੰ ਦੋਵਾਂ ਨੂੰ 골ਡ ਮੈਡਲ ਮਿਲ ਸਕਦੇ ਹੈ। ਜਦੋਂ ਆਹ ਗੱਲ ਇਟਲੀ ਵਾਲੇ ਖਿਡਾਰੀ ਨੂੰ ਪਤਾ ਲੱਗੀ ਤਾਂ ਉਹ ਇੱਕਦਮ ਉੱਠਿਆ, ਕਤਰ ਵਾਲੇ ਖਿਡਾਰੀ ਦੇ ਮੋਢਿਆਂ ਤੇ ਜਾ ਚੜਿਆ
खुशी ਦੇ ਵਿੱਚ ਅਥਰੂ ਉਹਦੇ ਰੁਕ ਨਹੀਂ ਸੀ ਰਹੇ। ਕਦੇ ਜ਼ਮੀਨ ਤੇ ਲਿਟ ਰਿਹਾ ਸੀ, ਕਦੇ ਉੱਠ ਕੇ ਭੱਜਣ ਦੀ ਕੋਸ਼ਿਸ਼ ਕਰਦਾ ਸੀ। ਚਾਰੇ ਪਾਸੇ ਤਾੜੀਆਂ ਗੂੰਜ ਰਹੀਆਂ ਸਨ। ਇਹ ਇਤਿਹਾਸਕ ਪਲ ਨੂੰ ਕੈਮਰੇ ਨੇ ਵੀ ਕੈਦ ਕੀਤਾ। ਇਤਿਹਾਸ ਸਿਰਜਿਆ ਗਿਆ ਟੋਕੀਓ ਓਲੰਪਿਕਸ ਦੇ ਸਟੇਡੀਅਮ ਦੇ ਵਿੱਚ। ਟੋਕੀਓ ਓਲੰਪਿਕ ਦਾ ਉੱਚੀ ਛਾਲ ਦਾ ਸੋਨ ਤਮਗਾ ਦੋ ਖਿਡਾਰੀਆਂ ਕਤਰ ਦੇ ਮੁਤਾਜ ਈਸਾ ਬਰਸ਼ਿਮ ਅਤੇ ਇਟਲੀ ਦੇ ਜਿਮਬਾਰਕੋ ਤੰਬਰੀ ਨੂੰ ਮਿਲਿਆ। ਇਹ ਹੁੰਦੀ ਹੈ ਖੇਡ ਦੀ ਭਾਵਨਾ, ਇਹ ਹੁੰਦੀ ਹੈ ਭਰਾਤਰੀ ਪਿਆਰ ਦੀ ਭਾਵਨਾ, ਇਹ ਹੈ ਬਰਾਬਰਤਾ ਦੀ ਭਾਵਨਾ, ਇਹ ਹੈ ਇਨਸਾਨੀ ਕਦਰਾਂ ਕੀਮਤਾਂ ਦੀ ਜਿਉਂਦੀ ਜਾਗਦੀ ਮਿਸਾਲ। ਮੈਂ ਮਹਿਸੂਸ ਕਰ ਰਿਹਾ ਕਿ ਇਹ ਇੱਕ ਦੁਨੀਆ ਦੀ ਵਿਲੱਖਣ ਤੇ ਇਤਿਹਾਸਕ ਘਟਨਾ ਹੈ ਜਿਹਨੇ ਸਮੁੱਚੀ ਦੁਨੀਆ ਨੂੰ ਇੱਕ ਵੱਖਰਾ ਤੇ ਵੱਡਾ ਸੁਨੇਹਾ ਦਿੱਤਾ, ਸਬਕ ਦਿੱਤਾ ਹੈ ਕਿ ਜਿੱਤਣ ਜਾਂ ਹਾਰਨ ਵਾਸਤੇ ਨਹੀਂ ਅਸੀਂ ਜਾਂਦੇ, ਅਸੀਂ ਕੁਝ ਸਿੱਖਣ ਵਾਸਤੇ ਵੀ ਜਾਂਦੇ ਹਾਂ, ਕੁਝ ਲੈਣ ਨਹੀਂ, ਕੁਝ ਦੁਨੀਆ ਨੂੰ ਦੇਣ ਵੀ ਜਾਂਦੇ ਹਾਂ। ਹੁਣ ਇਸ ਓਲੰਪਿਕ ਦੇ ਸਟੇਡੀਅਮ ਦੇ ਵਿੱਚ ਹੋਈ ਘਟਨਾ ਨੇ ਦੁਨੀਆ ਨੂੰ ਇੱਕ ਹਲੂਣਾ ਦੇ ਕੇ ਰੱਖ ਦਿੱਤਾ ਹੈ। ਬੇਸਿਕਲੀ ਤਾਂ ਜੇ ਸੋਚੀਏ ਉਹ ਤਾਂ ਜਿੱਤਿਆ ਜਿਤਾਇਆ ਸੀ, ਗੋਲਡ ਉਹਦੇ ਇਕੱਲੇ ਦੇ ਹਿੱਸੇ ਪੈ ਸਕਦਾ ਸੀ, ਪਰ ਸੱਚਮੁੱਚ ਇਸ ਵਾਪਰੀ ਘਟਨਾ ਨੇ ਦੁਨੀਆ ਨੂੰ ਹਿਲਾਇਆ, ਝੰਜੋੜਿਆ। ਤੇ ਹੁਣ ਅਗਲੀ ਖਬਰ ਵੀ ਉਸੇ ਖੇਡ ਸਟੇਡੀਅਮ ਦੀ ਹੈ, ਓਲੰਪਿਕ ਦੀ ਹੈ। ਅੱਜ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਸੀ ਕਿ ਪੁਰਸ਼ਾਂ ਦੀ ਹਾਕੀ ਦੀ ਟੀਮ ਸੈਮੀਫਾਈਨਲ ਦੇ ਵਿੱਚ ਹਾਰ ਗਈ ਹੈ ਤੇ ਹੁਣ ਕਾਂਸੀ ਦੇ ਤਮਗੇ ਵਾਸਤੇ ਉਹ ਆਪਣੀ ਕਿਸਮਤ ਅਜ਼ਮਾਵੇਗੀ। ਸਿਲਵਰ ਜਾਂ ਗੋਲਡ ਤੋਂ ਉਹ ਖੁੰਝ ਗਈ ਹੈ, ਪਰ ਭਾਰਤੀ ਮਹਿਲਾ ਹਾਕੀ ਟੀਮ ਇਤਿਹਾਸ ਰਚ ਚੁੱਕੀ ਹੈ ਅਤੇ ਹੁਣ ਉਹਨਾਂ ਦਾ ਟੀਚਾ ਟੋਕੀਓ ਓਲੰਪਿਕ ਦੇ ਵਿੱਚ ਸੈਮੀਫਾਈਨਲ ਦੇ ਵਿੱਚ ਅਰਜਨਟੀਨਾ ਨੂੰ ਹਰਾਉਣਾ ਹੈ ਤੇ ਆਪਣੀਆਂ ਉਪਲਬਧੀਆਂ ਨੂੰ ਸਿਖਰ ਤੇ ਪਹੁੰਚਾਉਣਾ ਹੈ। ਆਤਮ ਵਿਸ਼ਵਾਸ ਦੇ ਨਾਲ ਭਰੀ ਹੋਈ ਹੈ ਭਾਰਤੀ ਮਹਿਲਾ ਟੀਮ। ਸੋਮਵਾਰ ਵਾਲੇ ਦਿਨ ਤੁਹਾਨੂੰ ਚੇਤੇ ਹੋਣਾ ਹੈ ਕਿ 3 ਵਾਰ ਦੀ ਚੈਂਪੀਅਨ ਆਸਟ੍ਰੇਲੀਆ ਦੀ ਟੀਮ ਨੂੰ 1-0 ਨਾਲ ਹਰਾ ਕੇ ਭਾਰਤੀ ਮਹਿਲਾ ਹਾਕੀ ਟੀਮ ਨੇ ਪਹਿਲੀ ਵਾਰ ਓਲੰਪਿਕ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ। ਡਰੈਗ ਫਲਿੱਕਰ ਗੁਰਜੀਤ ਕੌਰ ਨੇ 22ਵੇਂ ਮਿੰਟ ਦੇ ਵਿੱਚ ਭਾਰਤ ਨੂੰ 1-1 ਗੋਲ ਕਰਕੇ ਇਹ ਪੈਨਲਟੀ ਕਾਰਨਰ ਮਿਲਿਆ ਸੀ ਜਿਹੜਾ ਗੋਲ ਦੇ ਵਿੱਚ ਬਦਲਿਆ। ਆਖਰ ਦੇ ਵਿੱਚ ਇਹੀ ਗੋਲ ਫੈਸਲਾ ਕੁਨ ਸਾਬਤ ਹੋਇਆ ਤੇ ਸੈਮੀਫਾਈਨਲ ਦੇ ਵਿੱਚ ਪਹੁੰਚਾਇਆ। ਇਸ ਮੈਚ ਤੋਂ ਪਹਿਲਾਂ ਸਾਰੇ ਜਿੰਨੇ ਵੀ ਹਾਲਾਤ ਬਣੇ ਹੋਏ ਸੀ ਉਹ ਨਾਜ਼ੁਕ ਸਨ, ਪਰ ਆਸ ਉਮੀਦ ਸੱਚਮੁੱਚ ਬਹੁਤ ਵੱਡੀ ਹੈ ਕਿ ਹੁਣ ਸੈਮੀਫਾਈਨਲ ਦੇ ਵਿੱਚ ਜੇਕਰ ਜਿੱਤ ਦਰਜ ਕਰ ਲਈ ਤਾਂ ਇਹ ਆਪਣੇ ਆਪ ਦੇ ਵਿੱਚ ਫਿਰ ਇੱਕ ਇਤਿਹਾਸ ਹੋਵੇਗਾ। ਹੁਣ ਤੁਸੀਂ ਦੇਖੋ ਕਿ ਰਾਣੀ ਰਾਮਪਾਲ ਦੀ ਅਗਵਾਈ ਅਤੇ ਸ਼ੋਡ ਮਾਰਨ ਦੀ ਕੋਚਿੰਗ ਵਾਲੀ ਟੀਮ, ਇਹ ਤੁਸੀਂ ਆਪਣੇ ਆਪ ਦੇ ਵਿੱਚ ਵੇਖੋ ਕਿ ਵਿਲੱਖਣ ਪ੍ਰਾਪਤੀਆਂ ਕਰ ਰਹੀ ਹੈ ਭਾਰਤ ਦੀ ਮਹਿਲਾ ਹਾਕੀ ਟੀਮ। ਹੁਣ ਇਹਨਾਂ ਤੋਂ ਮੁੜ ਗੋਲ ਦੀ ਫਿਰ ਉਮੀਦ ਹੈ ਗੁਰਜੀਤ ਕੌਰ ਤੋਂ ਕਿ ਜਿਹੜਾ ਆਹ ਮੈਚ ਖੇਡਿਆ ਜਾਣਾ ਹੈ। ਭਾਰਤੀ ਮਹਿਲਾ ਹਾਕੀ ਟੀਮ ਦਾ ਓਲੰਪਿਕ ਦੇ ਵਿੱਚ ਇਸ ਤੋਂ ਵਧੀਆ ਸਰਵੋਤਮ ਪ੍ਰਦਰਸ਼ਨ ਮਾਸਕੋ ਓਲੰਪਿਕ 1980 ਵਿੱਚ ਸੀ, ਜਦ 6 ਟੀਮਾਂ ਦੇ ਵਿੱਚੋਂ ਚੌਥੇ ਸਥਾਨ ਤੇ ਰਹੀ ਸੀ। ਮਹਿਲਾ ਹਾਕੀ ਟੀਮ ਤਦ ਓਲੰਪਿਕ ਦੇ ਵਿੱਚ ਸ਼ੁਰੂਆਤ ਕਰ ਰਹੀ ਸੀ ਅਤੇ ਮੈਚ ਰਾਊਂਡ ਰੋਬਨ ਆਧਾਰ ਤੇ ਖੇਡੇ ਗਏ ਸਨ, ਜਿਸ ਦੇ ਵਿੱਚ ਸਿਖਰ ਤੇ ਰਹਿਣ ਵਾਲੀਆਂ 2 ਟੀਮਾਂ ਫਾਈਨਲ ਵਿੱਚ ਪਹੁੰਚੀਆਂ ਸਨ। ਅਤੇ ਆ ਬੁੱਧਵਾਰ ਵਾਲੇ ਦਿਨ ਭਾਰਤੀ ਮਹਿਲਾਵਾਂ ਦੀ ਹੋ ਸਕਦਾ ਕਿ ਇਹ ਹਾਕੀ ਟੀਮ ਦੀ ਪ੍ਰਾਪਤੀ 1980 ਤੋਂ ਵੀ ਵਧੀਆ ਹੋਵੇ, ਉਮੀਦ ਵੀ ਰੱਖਣੀ ਚਾਹੀਦੀ ਹੈ ਤੇ ਹੋ ਸਕਦਾ ਕਿ ਫਾਈਨਲ ਦੇ ਵਿੱਚ ਪੁੱਜ ਜਾਵੇ। ਪਰ ਜਿਹੜੀ ਹਾਕੀ ਟੀਮ ਮਰਦਾਂ ਦੀ ਸੀ, ਪੁਰਸ਼ਾਂ ਦੀ ਸੀ, ਸੈਮੀਫਾਈਨਲ ਤੋਂ ਅੱਗੇ ਵਧਣ ਦੇ ਵਿੱਚ ਨਾਕਾਮ ਰਹੀ ਸੀ। ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਮਹਿਲਾਵਾਂ ਦੀ ਹਾਕੀ ਟੀਮ ਤੇ ਨੇ। ਬੈਲਜੀਅਮ ਕੋਲੋਂ 2-5 ਨਾਲ ਹਾਰ ਗਏ ਸਨ ਤੇ ਹੁਣ ਇਹ ਨਹੀਂ ਕਿ ਅਰਜਨਟੀਨਾ ਦੀ ਟੀਮ ਕੋਈ ਮਾੜੀ ਮੋਟੀ ਟੀਮ ਹੈ ਜਿਹਦੇ ਨਾਲ ਇਸ ਟੀਮ ਦਾ ਮੁਕਾਬਲਾ ਹੋਣਾ ਹੈ। ਅਰਜਨਟੀਨਾ ਦੀ ਮਹਿਲਾ ਟੀਮ ਨੇ ਸਿਡਨੀ 2000 ਅਤੇ ਲੰਡਨ 2012 ਵਿੱਚ ਮੈਡਲ ਜਿੱਤੇ ਸਨ, ਪਰ ਅਜੇ ਤੱਕ ਗੋਲਡ ਮੈਡਲ ਉਹਨੂੰ ਕਦੇ ਹਾਸਲ ਨਹੀਂ ਹੋਇਆ। 2012 ਤੋਂ ਬਾਅਦ ਪਹਿਲੀ ਵਾਰ ਉਹ ਸੈਮੀਫਾਈਨਲ ਵਿੱਚ ਪਹੁੰਚੇ ਹੈ। ਉਹਨਾਂ ਨੇ ਕੁਆਟਰ ਫਾਈਨਲ ਦੇ ਵਿੱਚ 2016 ਦੇ ਓਲੰਪਿਕ ਕਾਂਸੇ ਦੇ ਮੈਡਲ ਜੇਤੂ ਜਰਮਨੀ ਨੂੰ 3-0 ਨਾਲ ਹਰਾਇਆ। ਭਾਰਤੀ ਟੀਮ ਨੇ ਹਾਲਾਂਕਿ ਲਗਾਤਾਰ 3 ਹਾਰਾਂ ਤੋਂ ਬਾਅਦ ਲਗਾਤਾਰ 3 ਜਿੱਤਾਂ ਦਰਜ ਕੀਤੀਆਂ ਨੇ ਅਤੇ ਭਾਰਤ ਦੀ ਮਹਿਲਾ ਹਾਕੀ ਟੀਮ ਆਤਮ ਵਿਸ਼ਵਾਸ ਨਾਲ ਭਰੀ ਹੋਈ ਹੈ ਅਤੇ ਸਭਨਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ। ਅੱਜ ਵੇਖਾਂਗੇ ਕਿ ਇਸ ਮੁਕਾਬਲੇ ਦੇ ਵਿੱਚ ਕਿਹਨੂੰ ਜਿੱਤ ਤੇ ਕਿਹਨੂੰ ਹਾਰ ਨਸੀਬ ਹੁੰਦੀ ਹੈ। ਕੱਲ ਦੇ ਪ੍ਰੋਗਰਾਮ ਦੌਰਾਨ ਇੱਕ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਯੂਪੀ ਦਾ 10 ਵਰ੍ਹਿਆਂ ਦਾ ਬੱਚਾ 10ਵੀਂ ਜਮਾਤ ਪਾਸ ਕਰ ਗਿਆ ਅਤੇ ਆਹ ਖਬਰ ਹੈ ਦੂਜੀ ਜਮਾਤ ਦਾ ਬੱਚਾ ਹੈ। ਕਿੰਨੀਆਂ ਜ਼ਿੰਦਗੀਆਂ ਬਚਾ ਲਈਆਂ ਨੇ ਮੌਤ ਦੇ ਮੂੰਹ ਵਿੱਚ ਜਾਣ ਤੋਂ ਤੇ ਬਹੁਤ ਸਾਰੇ ਲੋਕਾਂ ਨੂੰ ਜ਼ਖਮੀ ਹੋਣ ਤੋਂ ਬਚਾਇਆ। ਬੱਚੇ ਦੀ ਉਮਰ ਸਿਰਫ 7 ਸਾਲ ਹੈ। ਨਾਮ ਇਸ ਦਾ ਦੀਪ ਦੱਸਿਆ ਗਿਆ ਹੈ।
7 ਸਾਲਾਂ ਦੇ ਬੱਚੇ ਦੀ ਆਪਾਂ ਆਖ ਸਕਦੇ ਹਾਂ ਕਿ ਤੀਖਣ ਬੁੱਧੀ, ਜਿਸ ਦੇ ਕਾਰਨ ਬੰਗਾਲ ਦੇ ਵਿੱਚ ਇੱਕ ਰੇਲ ਹਾਦਸਾ ਹੀ ਵੱਡਾ ਹੋਣ ਦੀ ਸੰਭਾਵਨਾ ਸੀ, ਉਹ ਟਲ ਗਿਆ। ਮੁਕੰਦਪੁਰ ਦਾ ਰਹਿਣ ਵਾਲਾ ਦੀਪ ਨਸਕਰ ਬੀਤੇ ਸੋਮਵਾਰ ਦੀ ਦੁਪਹਿਰ ਨੂੰ ਆਪਣੇ ਘਰ ਦੇ ਸਾਹਮਣੇ ਇੱਕ ਰੇਲਵੇ ਲਾਈਨ ਦੇ ਕਿਨਾਰੇ ਖੇਡ ਰਿਹਾ ਸੀ, ਪਟੜੀ ਦੇ ਕਿਨਾਰੇ ਖੇਡ ਰਿਹਾ ਸੀ। ਅਚਨਚੇਤ ਉਹਦੀ ਨਿਗਾਹ ਰੇਲਵੇ ਟਰੈਕ ਤੇ ਪੈਂਦੀ ਹੈ ਤੇ ਵੇਖਦਾ ਉਹਦੇ ਵਿੱਚ ਤਾਂ ਬਹੁਤ ਵੱਡੀ ਤਰੇੜ ਹੈ, ਬਹੁਤ ਵੱਡੀ ਦਰਾੜ ਹੈ। ਇਸੇ ਖਤਰੇ ਨੂੰ ਸਮਝਦੇ ਹੋਏ ਭਾਵੇਂ ਉਹ 7 ਵਰਿਆਂ ਦਾ ਹੈ, ਦੀਪ ਨੇ ਹਾਰ ਨਹੀਂ ਕੀਤੀ, ਹਿੰਮਤ ਨਹੀਂ ਕੀਤੀ, ਰੁਕਿਆ ਨਹੀਂ, ਕੁਝ ਸੋਚਿਆ ਨਹੀਂ, ਕੁਝ ਹੋਰ ਸਮਝਿਆ ਨਹੀਂ, ਸਮਾਂ ਵਿਅਰਥ ਨਹੀਂ ਗਵਾਇਆ। ਆਪਣੇ ਘਰ ਵੱਲ ਨੂੰ ਦੌੜ ਗਿਆ। ਆਪਣੀ ਮਾਂ ਨੂੰ ਜਾ ਕੇ ਸਾਰੀ ਗੱਲ ਦੱਸੀ ਕਿ ਮਾਂ, ਉੱਥੇ ਮੈਂ ਵੇਖਿਆ ਕਿ ਰੇਲ ਪਟੜੀ ਟੁੱਟੀ ਹੋਈ ਹੈ। ਉਹਦੀ ਮਾਂ ਸੋਨਾਲੀ ਨੇ ਬਗੈਰ ਕਿਸੇ ਦੇਰੀ ਦੇ ਆਪਣੇ ਆਂਢ ਗੁਆਂਢ ਦੇ ਲੋਕਾਂ ਨੂੰ, ਆਸ-ਪਾਸ ਦੇ ਲੋਕਾਂ ਨੂੰ ਵੀ ਇਹ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਉਹ ਸਾਰੇ ਆਪਣੇ ਹੱਥਾਂ ਦੇ ਵਿੱਚ ਲਾਲ ਰੰਗ ਦੇ ਕੱਪੜੇ ਲੈ ਕੇ ਰੇਲਵੇ ਲਾਈਨ ਤੇ ਆ ਕੇ ਖੜ ਗਏ। ਕੁਝ ਸਮੇਂ ਤੋਂ ਬਾਅਦ ਸਿਆਲਦਹਗਾਮੀ ਕੈਨਿੰਗ ਸਟਾਫ ਸਪੈਸ਼ਲ ਉੱਥੇ ਲੰਘਣ ਵਾਲੀ ਸੀ। ਟ੍ਰੇਨ ਉਧਰੋਂ ਆ ਰਹੀ ਸੀ, ਪਰ ਪਟੜੀ ਦੇ ਉੱਤੇ ਲਾਲ ਰੰਗ ਦੇ ਕੱਪੜੇ ਲੈ ਕੇ ਬਹੁਤ ਸਾਰੇ ਲੋਕ ਜਦ ਖੜੇ ਡਰਾਈਵਰ ਨੂੰ ਦਿਖਾਈ ਦਿੱਤੇ ਤਾਂ ਉਹ ਹਿਲਾ ਵੀ ਰਹੇ ਸੀ ਕੱਪੜੇ, ਸਿਗਨਲ ਕਰ ਰਹੇ ਸੀ। ਟ੍ਰੇਨ ਦੇ ਡਰਾਈਵਰ ਨੇ ਲੋਕਾਂ ਨੂੰ ਦੂਰੋਂ ਲਾਲ ਕੱਪੜੇ ਹਿਲਾਉਂਦਿਆਂ ਵੇਖ ਰੇਲ ਗੱਡੀ ਰੋਕ ਲਈ। ਰੇਲ ਗੱਡੀ ਦੇ ਰੁਕਣ ਤੋਂ ਬਾਅਦ ਜਿਹੜਾ ਵਿਦਿਆ ਧਰਮਪੁਰਮ ਦਾ ਬੁਕਿੰਗ ਸੁਪਰਵਾਈਜ਼ਰ ਸੀ, ਉਹਦੇ ਨਾਲ ਸੰਪਰਕ ਕੀਤਾ ਗਿਆ। ਉੱਥੋਂ ਇੰਜੀਨੀਅਰਿੰਗ ਵਿਭਾਗ ਦੇ ਕੁਝ ਕਰਮਚਾਰੀ ਆਏ, ਵੇਖਿਆ ਕਿ ਲਾਈਨ ਬਕਾਇਦਾ ਤੌਰ ਤੇ ਟੁੱਟੀ ਹੋਈ ਸੀ। ਉਹਦੀ ਮੁਰੰਮਤ ਕਰ ਦਿੱਤੀ ਗਈ। ਉਹਦੇ ਤੋਂ ਬਾਅਦ ਲਗਭਗ ਮੁਰੰਮਤ ਕਰਨ ਨੂੰ ਦੱਸਿਆ ਜਾ ਰਿਹਾ ਕਿ 40 ਕੁ ਮਿੰਟ ਲੱਗੇ। ਫਿਰ ਉੱਥੋਂ ਰੇਲ ਗੱਡੀ ਨੂੰ ਰਵਾਨਾ ਕੀਤਾ ਗਿਆ। ਰੇਲਵੇ ਅਧਿਕਾਰੀ ਨੇ ਦੱਸਿਆ ਕਿ ਬਿਲਕੁਲ ਦਰਾੜ ਸੀ, ਪਹਿਲਾਂ ਉੱਥੋਂ ਵੈਲਡਿੰਗ ਕੀਤਾ ਗਿਆ ਸੀ ਅਤੇ ਉਹ ਦੁਬਾਰਾ ਕਿਤੇ ਖੁੱਲ ਚੁੱਕਿਆ ਸੀ। ਜੇਕਰ ਇਹ ਬੱਚਾ ਖੇਡਦਾ ਉਹ ਉੱਥੋਂ ਦੀ ਰੇਲ ਲਾਈਨ ਨੂੰ ਨਾ ਦੇਖਦਾ ਤੇ ਆਪਣੇ ਪਰਿਵਾਰ ਦੇ ਨਾਲ ਜਾ ਕੇ ਉਹ ਕੰਟੈਕਟ ਨਾ ਕਰਦਾ, ਪਰਿਵਾਰ ਵਾਲੇ ਫਿਰ ਆਂਢੀਆਂ ਗੁਆਂਢੀਆਂ ਨੂੰ ਲੈ ਕੇ ਨਾ ਆਉਂਦੇ, ਬਹੁਤ ਵੱਡਾ ਹਾਦਸਾ ਵਾਪਰ ਸਕਦਾ ਸੀ। ਪਤਾ ਲੱਗਿਆ ਕਿ ਰੇਲਵੇ ਵਿਭਾਗ ਉਹਨੂੰ 5000 ਰੁਪਏ ਦਾ ਇਨਾਮ ਦੇਵੇਗੀ ਬੱਚੇ ਨੂੰ ਉਤਸ਼ਾਹਿਤ ਕਰਨ ਦੇ ਵਾਸਤੇ ਕਿ ਆਹ ਕਦਮ ਜਿਹੜਾ ਉਹਨੇ ਚੁੱਕਿਆ ਕਿ ਕਮਾਲ ਦਾ ਚੁੱਕਿਆ। ਤੇ ਬੱਚਾ ਸਿਰਫ ਮੈਂ ਦੱਸ ਰਿਹਾ ਸੀ ਕਿ ਦੂਸਰੀ ਜਮਾਤ ਦੇ ਵਿੱਚ ਪੜ੍ਹਦਾ ਹੈ। ਉਹਦੀ ਤੀਖਣ ਬੁੱਧੀ ਦੇ ਕਾਰਨ 4 ਚੁਫੇਰੇ ਉਹਦੀ ਸ਼ਲਾਘਾ ਹੋ ਰਹੀ ਹੈ। ਤੇ ਆਓ ਅਗਲੀ ਖਬਰ ਜਿਹੜੀ ਭਾਰਤ ਦੀ ਰਾਜਨੀਤੀ ਦੇ ਨਾਲ ਜੁੜੀ ਖਬਰ ਹੈ। ਸੰਸਦ ਕਿੰਨਿਆਂ ਦਿਨਾਂ ਤੋਂ ਚੱਜ ਨਾਲ ਚੱਲੀ ਹੋਈ ਨਹੀਂ ਗਈ। ਉਂਗਲਾਂ ਤੇ ਗਿਣੇ ਜਾਣ ਵਾਲਾ ਕੰਮ ਹੋਇਆ ਨਹੀਂ ਹੋਣਾ। ਪੈਗਾਸਸ ਜਸੂਸੀ ਮਾਮਲਾ, ਮਹਿੰਗਾਈ ਦਾ ਮਾਮਲਾ, ਕਿਸਾਨੀ ਦਾ ਮੁੱਦਾ, ਇਹ 3 ਕੁ ਮੁੱਦੇ ਤਾਂ ਉਹ ਨੇ ਜਿਹੜੇ ਇਸ ਵਕਤ ਕੇਂਦਰ ਸਰਕਾਰ ਦੇ ਜੜੀ ਬੈਠ ਗਏ ਨੇ। ਸੰਸਦ ਦੇ ਵਿੱਚ ਸਰਕਾਰ ਦੀ ਵਿਰੋਧੀ ਧਿਰਾਂ ਨੇ ਘੇਰਾਬੰਦੀ ਕਰ ਲਈ ਹੈ ਅਤੇ ਹੁਣ ਤੱਕ ਖਬਰ ਮਿਲ ਰਹੀ ਹੈ ਕਿ ਵਿਰੋਧੀ ਧਿਰਾਂ ਇਕਜੁੱਟ ਹੋ ਗਈਆਂ ਅਤੇ ਰਾਹੁਲ ਗਾਂਧੀ ਨੇ ਉਹਨਾਂ ਨੂੰ ਨਾਸ਼ਤੇ ਦੇ ਉੱਤੇ ਬੁਲਾਇਆ ਸੀ ਕਿ ਆਓ ਆਪਾਂ ਬੈਠ ਕੇ ਗੱਲਬਾਤ ਕਰੀਏ, ਵਿਚਾਰ ਵਟਾਂਦਰਾ ਕਰੀਏ। ਪਰ ਰਾਹੁਲ ਗਾਂਧੀ ਦੀ ਨਾਸ਼ਤੇ ਵਾਲੀ ਇਹ ਬੈਠਕ ਕਾਮਯਾਬ ਰਹੀ। ਉਹਨਾਂ ਦੀ ਰਹਿਨੁਮਾਈ ਦੇ ਵਿੱਚ ਲਗਭਗ ਸਾਰੀਆਂ ਧਿਰਾਂ ਇਕੱਠੀਆਂ ਹੋਈਆਂ। ਪਹਿਲਾਂ ਤ੍ਰਿਣਮੂਲ ਕਾਂਗਰਸ ਦੇ ਨੇਤਾ ਹਿਚਕਚਾ ਰਹੇ ਸੀ ਕਿ ਸ਼ਾਇਦ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਲ ਨਾ ਹੋਣ, ਪਰ ਬਾਅਦ ਦੇ ਵਿੱਚ ਉਹ ਵੀ ਆ ਗਏ ਤੇ ਲਗਭਗ ਬਹੁਤੀਆਂ ਵਿਰੋਧੀ ਧਿਰਾਂ ਇਕੱਠੀਆਂ ਹੋਈਆਂ। 15 ਪਾਰਟੀਆਂ ਦੇ ਕਰੀਬ 100 ਤੋਂ ਵੱਧ ਸੰਸਦ ਮੈਂਬਰਾਂ ਨੇ ਰਾਹੁਲ ਗਾਂਧੀ ਦੇ ਖਾਣੇ ਦਾ ਸੱਦਾ ਇਹ ਕਬੂਲਿਆ। ਰਾਹੁਲ ਦੀ ਅਗਵਾਈ ਦੇ ਵਿੱਚ ਫਿਰ ਸੰਸਦ ਤੱਕ ਉਹ ਸਾਈਕਲ ਮਾਰਚ ਵੀ ਕੱਢਣ ਵਿੱਚ ਕਾਮਯਾਬ ਰਹੇ। ਵਿਰੋਧੀ ਧਿਰ ਨੇ ਪੈਗਾਸਸ ਕਾਂਡ ਦੇ ਨਾਲ ਪੈਟਰੋਲ ਅਤੇ ਡੀਜ਼ਲ ਤੋਂ ਇਲਾਵਾ ਆਮ ਜ਼ਰੂਰਤਾਂ, ਆਮ ਵਸਤਾਂ ਜਿਨ੍ਹਾਂ ਦਾ ਕੀਮਤੀ ਵਾਧਾ ਹੋਇਆ ਹੈ, ਦੋਵਾਂ ਸਦਨਾਂ ਦੇ ਵਿੱਚ ਜ਼ਬਰਦਸਤ ਹੰਗਾਮਾ ਕੀਤਾ, ਸਰਕਾਰ ਨੂੰ ਘੇਰਨ ਦਾ ਯਤਨ ਕੀਤਾ। ਇਸ ਕਾਰਨ 10ਵੇਂ ਦਿਨ ਵੀ ਸੰਸਦ ਸੁਚਾਰੂ ਢੰਗ ਨਾਲ ਚੱਲ ਨਹੀਂ ਸਕੀ। ਵਿਰੋਧੀ ਇਕਜੁੱਟਤਾ ਨਾਲ ਮੌਨਸੂਨ ਇਜਲਾਸ ਵਿੱਚ ਸਰਕਾਰ ਤੇ ਵਿਰੋਧੀ ਧਿਰ ਦੇ ਵਿਚਕਾਰ ਅੜਿੱਕੇ ਦਾ ਹੱਲ ਕੱਢਣ ਦੀ ਉਮੀਦ, ਜਿਸ ਤਰ੍ਹਾਂ ਲੱਗਦਾ ਸੀ ਕਿ ਅੱਜ ਹੱਲ ਨਿਕਲੇਗਾ, ਕੱਲ ਹੱਲ ਨਿਕਲੇਗਾ, ਘੱਟ ਜਾਪ ਰਹੀ ਹੈ। ਕਿਉਂਕਿ ਹਾਲੇ ਤੱਕ ਸਰਕਾਰ ਇਹ ਮੰਨ ਹੀ ਨਹੀਂ ਰਹੀ ਕਿ ਪੈਗਾਸਸ ਜਸੂਸੀ ਕੀਤੀ ਗਈ ਹੈ। ਕਿਸਾਨੀ ਮੁੱਦੇ ਤੇ ਉਹ ਮੰਨ ਹੀ ਨਹੀਂ ਰਹੇ ਕਿ ਇਹ ਕਾਨੂੰਨ ਮਾੜੇ ਨੇ ਜਾਂ ਇਹ ਕਾਨੂੰਨ ਰੱਦ ਕੀਤੇ ਜਾ ਸਕਦੇ ਹੈ। ਮਹਿੰਗਾਈ ਦੇ ਮੁੱਦੇ ਤੇ ਕਹਿੰਦੇ ਆ ਕਿ ਸਾਡੇ ਹੱਥ ਵੱਸ ਕੁਝ ਨਹੀਂ ਹੈ। ਰਾਹੁਲ ਗਾਂਧੀ ਨੇ ਆਖਿਆ ਕਿ ਵਿਰੋਧੀ ਧਿਰ ਦੀ ਆਵਾਜ਼ ਦਬਾ ਕੇ ਕੇਂਦਰ ਸਰਕਾਰ ਮੁਲਕ ਦੇ 60% ਲੋਕਾਂ ਨੂੰ ਚੁੱਪ ਕਰਵਾਉਣਾ ਚਾਹੁੰਦੀ ਹੈ, ਪਰ ਵਿਰੋਧੀਆਂ ਦੀ ਆਵਾਜ਼, ਲੋਕਾਂ ਦੀ ਆਵਾਜ਼ ਦਬ ਨਹੀਂ ਸਕਦੀ। ਨਾ ਹੀ ਕਹਿੰਦੇ ਅਸੀਂ ਇਸ ਤਰ੍ਹਾਂ ਦਾ ਹੋਣ ਦਿਆਂਗੇ। ਅਸਲ ਦੇ ਵਿੱਚ ਰਾਹੁਲ ਗਾਂਧੀ ਨੇ 17 ਪਾਰਟੀਆਂ ਨੂੰ ਸੱਦਾ ਦਿੱਤਾ ਸੀ, ਪਰ ਇਸ ਮੀਟਿੰਗ ਦੇ ਵਿੱਚ 15 ਪਾਰਟੀਆਂ ਸ਼ਾਮਲ ਰਹੀਆਂ। ਬਹੁਜਨ ਸਮਾਜ ਪਾਰਟੀ ਅਤੇ ਆਮ ਆਦਮੀ ਪਾਰਟੀ ਇਸ ਨਾਸ਼ਤੇ ਵਾਲੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਈਆਂ। ਤ੍ਰਿਣਮੂਲ ਕਾਂਗਰਸ ਤੋਂ ਇਲਾਵਾ ਸਮਾਜਵਾਦੀ ਪਾਰਟੀ,
DMK, NCP, RDJ, ਝਾਮੂ, शिव सेना, CPM, CPI, RSP ਤੇ ਹੋਰ ਬਹੁਤ ਸਾਰੀਆਂ ਪਾਰਟੀਆਂ ਦੇ ਨੇਤਾ ਸ਼ਾਮਲ ਹੋਏ। ਵਿਰੋਧੀ ਨੇਤਾਵਾਂ ਨੇ ਇਸ ਗੱਲ ਤੇ ਚਰਚਾ ਕੀਤੀ ਤੇ ਤੈਅ ਕੀਤਾ ਕਿ ਸਿਰਫ ਪੈਗਾਸਸ ਮਾਮਲਾ ਹੀ ਨਹੀਂ, ਜਨਤਾ ਦੇ ਨਾਲ ਜੁੜੇ ਜਿੰਨੇ ਵੀ ਮੁੱਦੇ ਨੇ ਸਾਰਿਆਂ ਮੁੱਦਿਆਂ ਤੇ ਸਰਕਾਰ ਦੇ ਖਿਲਾਫ ਹਮਲਾਵਰ ਹੋਈਏ, ਉਹਨਾਂ ਦੀ ਘੇਰਾਬੰਦੀ ਕਰੀਏ। ਮਹਿੰਗਾਈ ਤੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਸਹਿਮਤੀ ਦੇ ਨਾਲ ਕਹਿੰਦੇ ਚੁੱਕਾਂਗੇ, ਠੋਕ ਵਜਾ ਕੇ ਚੁੱਕਾਂਗੇ ਤੇ ਇਹ ਰੱਦ ਕਰਵਾਵਾਂਗੇ। ਰਾਹੁਲ ਗਾਂਧੀ ਨੇ ਬੈਠਕ ਦੇ ਵਿੱਚ ਜਿੰਨੇ ਵੀ ਲੀਡਰ ਆਏ, ਜਿੰਨੇ ਵੀ ਸੰਸਦ ਆਏ, ਉਹਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਬੈਠਕ ਦਾ ਇੱਕੋ ਹੀ ਉਦੇਸ਼ ਹੈ ਕਿ ਵਿਰੋਧੀ ਧਿਰ ਨੂੰ ਇਕਜੁੱਟ ਕੀਤਾ ਜਾਵੇ। ਇਕਜੁੱਟਤਾ ਜਿੰਨੀ ਮਜ਼ਬੂਤ ਹੋਵੇਗੀ, ਭਾਜਪਾ ਤੇ ਸੰਘ ਲਈ ਵਿਰੋਧੀ ਧਿਰ ਦੀ ਆਵਾਜ਼ ਦਬਾਉਣਾ ਉਨਾ ਹੀ ਔਖਾ ਹੋ ਜਾਵੇਗਾ। ਇੱਥੇ ਇਹ ਗੱਲ ਬਹੁਤ ਮਾਇਨੇ ਰੱਖਦੀ ਹੈ ਕਿ ਪਹਿਲਾਂ ਕਿਉਂ ਨਹੀਂ ਇਹ ਇਕਜੁੱਟ ਹੋਏ। ਅਸਲ ਦੇ ਵਿੱਚ ਇਹਦੇ ਪਿੱਛੇ ਕਾਰਨ ਕੀ ਨੇ ਕਿ ਕਿਸਾਨਾਂ ਨੇ ਇੱਕ whip ਜਾਰੀ ਕੀਤਾ ਹੋਇਆ ਹੈ ਕਿ ਜਿੰਨੀਆਂ ਵਿਰੋਧੀ ਧਿਰਾਂ ਨੇ ਭਾਈ ਜਾ ਕੇ ਆਵਾਜ਼ ਚੁੱਕੋ, ਤੁਹਾਨੂੰ ਆਵਾਜ਼ ਚੁੱਕਣ ਦੇ ਵਾਸਤੇ ਚੁਣ ਕੇ ਭੇਜਿਆ ਹੋਇਆ। ਮੈਨੂੰ ਲੱਗ ਰਿਹਾ ਕਿ ਕਿਸਾਨੀ whip ਇਸ ਵਕਤ ਬਹੁਤ ਸੁਚਾਰੂ ਤਰੀਕੇ ਨਾਲ, ਸੁਚੱਜੇ ਤਰੀਕੇ ਨਾਲ ਕੰਮ ਵੀ ਕਰ ਰਿਹਾ ਹੈ। ਅਗਲੀ ਖਬਰ ਵੱਡੀ ਖਬਰ ਹੈ। ਹੈਰੋਇਨ ਸਮਗਲਿੰਗ ਦੇ ਮਾਮਲੇ ਦੇ ਵਿੱਚ ਇੱਕ ਅਕਾਲੀ ਆਗੂ ਦੇ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਗਏ ਹੈ। ਅੰਮ੍ਰਿਤਸਰ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪੁਸ਼ਪਿੰਦਰ ਸਿੰਘ ਦੀ ਅਦਾਲਤ ਨੇ 197 ਕਿਲੋਗ੍ਰਾਮ ਹੈਰੋਇਨ ਸਮਗਲਿੰਗ ਦੇ ਮਾਮਲੇ ਦੇ ਵਿੱਚ ਇੱਕ ਅਕਾਲੀ ਆਗੂ ਅਨਵਰ ਮਸੀਹ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਇਸ ਦੇ ਨਾਲ ਹੀ ਅਨਵਰ ਦੇ ਗ੍ਰਿਫਤਾਰੀ ਵਾਰੰਟ ਹੁਣ ਜਾਰੀ ਕਰ ਦਿੱਤੇ ਗਏ ਨੇ। ਤੇ ਉਧਰ ਪਤਾ ਲੱਗਿਆ ਕਿ ਮੁਲਜ਼ਮ ਚੰਡੀਗੜ੍ਹ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਸੀ। ਜਦੋਂ ਆਹ ਹੁਕਮਾਂ ਦਾ ਨੂੰ ਪਤਾ ਲੱਗਿਆ, ਪਤਾ ਲੱਗਦੇ ਹੀ ਜੇਲ੍ਹ ਦੇ ਵਿੱਚੋਂ ਉਹ ਫਰਾਰ ਹੋ ਗਿਆ। ਇੱਥੇ ਇਹ ਵੀ ਗੱਲ ਦੱਸਣ ਵਾਲੀ ਹੈ ਕਿ ਮੁਲਜ਼ਮ ਅਨਵਰ ਬੀਤੇ ਕੁਝ ਮਹੀਨਿਆਂ ਤੋਂ ਮੈਡੀਕਲ ਗਰਾਊਂਡ ਤੇ ਮਿਲੀ ਜ਼ਮਾਨਤ ਦੇ ਕਾਰਨ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਹੋਇਆ ਸੀ, ਪਰ ਦਸਤਾਵੇਜ਼ਾਂ ਦੇ ਵਿੱਚ ਕੁਝ ਖਾਮੀਆਂ ਸਨ। ਉਹਨਾਂ ਖਾਮੀਆਂ ਨੂੰ ਵੇਖ ਕੇ STF ਨੇ ਮੁਲਜ਼ਮ ਦੀ ਜ਼ਮਾਨਤ ਨੂੰ ਚੁਣੌਤੀ ਦੇ ਦਿੱਤੀ। ਅਕਾਲੀ ਆਗੂ ਦੇ ਪਰਿਵਾਰ ਨੇ ਕੁਝ ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕਰਕੇ STF ਦੇ ਅਧਿਕਾਰੀਆਂ ਤੇ ਲੱਖਾਂ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵੀ ਲਾਏ ਸਨ ਕਿ ਸਾਡੇ ਤੋਂ ਇਹ ਰਿਸ਼ਵਤ ਦੀ ਮੰਗ ਕਰ ਰਹੇ ਹੈ। ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਅਨਵਰ ਦੀ ਕੋਠੀ ਦੇ ਵਿੱਚੋਂ STF ਨੇ 30 ਜਨਵਰੀ ਤੇ 2020 ਦੀ ਰਾਤ ਨੂੰ 194 ਕਿਲੋਗ੍ਰਾਮ ਹੈਰੋਇਨ ਨਸ਼ੀਲਾ ਪਾਊਡਰ ਬਰਾਮਦ ਕਰਕੇ 10 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ। ਬਾਅਦ ਦੇ ਵਿੱਚ 3 ਕਿਲੋਗ੍ਰਾਮ ਹੈਰੋਇਨ ਦੇ ਮਾਮਲੇ ਦੇ ਵਿੱਚ ਕਿੰਗ ਪਿਨ ਅੰਕੁਸ਼ ਕਪੂਰ ਦੀ ਕੋਠੀ ਦੇ ਵਿੱਚ ਉਸ ਨੂੰ ਬਰਾਮਦ ਕੀਤਾ ਗਿਆ ਸੀ। ਹੈਰੋਇਨ ਬਣਾਉਣ ਲਈ ਮੁਲਜ਼ਮਾਂ ਨੇ ਇੱਕ ਅਫਗਾਨੀ ਨਾਗਰਿਕ ਅਰਮਾਨ ਬਸ਼ਰ ਮਲ ਨੂੰ ਵੀ ਬੁਲਾ ਲਿਆ ਸੀ। ਪੁਲਿਸ ਨੇ ਉਹਨੂੰ ਵੀ ਦਬੋਚ ਲਿਆ ਸੀ। ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਇਹ ਬੰਦਾ ਕੁਝ ਅਹੁਦੇਦਾਰੀਆਂ ਦਿੱਤੀਆਂ ਗਈਆਂ ਸੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ, ਤੇ ਇਹ ਵੀ ਉਹਨਾਂ ਦੇ ਵਿੱਚੋਂ ਇੱਕ ਅਹੁਦੇਦਾਰ ਸੀ। ਜਦੋਂ ਇਹਦੀ ਗ੍ਰਿਫਤਾਰੀ ਹੋਈ, ਅਕਾਲੀ ਕਹਿੰਦੇ ਸੀ ਇਹ ਸਾਡਾ ਨਹੀਂ, ਇਹ ਤਾਂ ਭਾਈ ਕਾਂਗਰਸੀਆਂ ਦਾ। ਇਹ ਪਹਿਲੀ ਵਾਰੀ ਹੋਇਆ ਸੀ ਕਿ ਕਾਂਗਰਸੀ ਕਹਿੰਦੇ ਸੀ ਇਹ ਸਾਡਾ ਨਹੀਂ, ਅਕਾਲੀ ਕਹਿੰਦੇ ਸੀ ਇਹ ਸਾਡਾ ਨਹੀਂ। ਕਿਉਂਕਿ ਅਸਲ ਦੇ ਵਿੱਚ ਜਦੋਂ ਇੰਨੀ ਵੱਡੀ ਪੱਧਰ ਤੇ ਇੰਨੀ ਵੱਡੀ ਸਮਗਲਿੰਗ ਦਾ ਪਤਾ ਲੱਗਿਆ ਹੋਵੇ, ਕੋਈ ਪਾਰਟੀ ਨਹੀਂ ਚਾਹੁੰਦੀ ਕਿ ਇਹ ਕਾਲਸ ਦਾ ਟਿੱਕਾ ਸਾਡੇ ਮੱਥੇ ਤੇ ਲੱਗੇ। ਅਗਲੀ ਖਬਰ ਕਿਸਾਨੀ ਅੰਦੋਲਨ ਨਾਲ ਸੰਬੰਧਿਤ ਖਬਰ ਹੈ। ਦਿੱਲੀ ਦੀ ਸਿੰਘੂ ਸਰਹੱਦ ਤੇ 8 ਮਹੀਨਿਆਂ ਤੋਂ ਜ਼ਿਆਦਾ ਹੋ ਗਏ ਇਸ ਕਿਸਾਨ ਮੋਰਚੇ ਨੂੰ ਚੱਲਦਿਆਂ। ਸੰਯੁਕਤ ਕਿਸਾਨ ਮੋਰਚੇ ਦੇ ਧਰਨੇ ਦੇ ਵਿੱਚ ਬੀਤੇ ਲੰਬੇ ਸਮੇਂ ਤੋਂ ਹਿੱਸਾ ਲੈ ਰਹੀ ਸੀ ਬੀਬੀ ਰਾਜਿੰਦਰ ਕੌਰ। ਉਮਰ ਲਗਭਗ 86 ਵਰ੍ਹੇ ਸੀ। ਪਿੰਡ ਮੁਹਾਵਾ ਉਹਨਾਂ ਦੀ ਬੀਤੀ ਰਾਤ ਮੌਤ ਹੋ ਗਈ ਹੈ। ਦਿੱਲੀ ਮੋਰਚੇ ਦੇ ਵਿੱਚ ਉਹਨਾਂ ਦੀ ਲਗਾਤਾਰ ਸ਼ਮੂਲੀਅਤ, ਦਿਨ ਰਾਤ ਉਹਨਾਂ ਨੇ ਇੱਕ ਕੀਤਾ ਹੋਇਆ ਸੀ। ਸਿੰਘੂ ਸਰਹੱਦ ਦੇ ਧਰਨੇ ਦੇ ਵਿੱਚ 2 ਅਗਸਤ ਦੀ ਰਾਤ ਨੂੰ ਅਚਾਨਕ ਉਹਨਾਂ ਦੀ ਸਿਹਤ ਖਰਾਬ ਹੁੰਦੀ ਹੈ। ਸਿਹਤ ਖਰਾਬ ਹੋਣ ਦੇ ਕਾਰਨ ਉਹਨਾਂ ਨੂੰ ਹਰਿਆਣਾ ਦੇ ਸੋਨੀਪਤ ਦੇ ਇੱਕ ਹਸਪਤਾਲ ਦੇ ਵਿੱਚ ਇਲਾਜ ਵਾਸਤੇ ਦਾਖਲ ਕਰਵਾਇਆ ਜਾਂਦਾ ਹੈ, ਜਿੱਥੇ ਉਹਨਾਂ ਦੀ ਮੌਤ ਹੋ ਗਈ ਹੈ। ਸੋਨੀਪਤ ਹਸਪਤਾਲ ਦੇ ਵਿੱਚ ਪੋਸਟਮਾਰਟਮ ਤੋਂ ਬਾਅਦ ਬੀਬੀ ਰਾਜਿੰਦਰ ਕੌਰ ਦਾ ਉਹਨਾਂ ਦੇ ਪਿੰਡ ਮੁਹਾਵਾ ਦੇ ਵਿੱਚ ਅੰਤਮ ਸੰਸਕਾਰ ਕਰ ਦਿੱਤਾ ਗਿਆ। ਕਿਸਾਨ ਬੀਬੀ 28 ਜੁਲਾਈ ਨੂੰ ਪਿੰਡ ਮੁਹਾਵਾ ਤੋਂ ਕਿਸਾਨਾਂ ਦੇ ਜਥੇ ਨਾਲ ਸਿੰਘੂ ਸਰਹੱਦ ਤੇ ਗਏ ਸਨ ਅਤੇ ਚੱਲ ਰਹੇ ਸੰਘਰਸ਼ ਦੇ ਵਿੱਚ ਸ਼ਾਮਲ ਸੀ। ਬੀਬੀ ਰਾਜਿੰਦਰ ਕੌਰ ਦੀ ਮੌਤ ਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿੱਥੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ, ਉੱਥੇ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਬੀਬੀ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇ, ਸਮੁੱਚਾ ਕਰਜ਼ ਮੁਆਫ ਕੀਤਾ ਜਾਵੇ ਅਤੇ ਉਹਨਾਂ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ। ਇਸੇ ਤਰ੍ਹਾਂ ਸਿੰਘੂ ਸਰਹੱਦ ਤੋਂ ਇੱਕ ਹੋਰ ਮੰਦਭਾਗੀ ਖਬਰ ਮਿਲੀ ਹੈ। ਸੰਘਰਸ਼ ਦੇ ਵਿੱਚ ਡਟੇ ਹੋਏ ਸਨ ਜਗਰਾਉਂ ਨੇੜਲੇ ਪਿੰਡ ਪੋਨਾ ਦੇ ਕਿਸਾਨ। ਪਿੰਡ ਪਰਤਣ ਤੇ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ।
ਮ੍ਰਿਤਕ ਕਿਸਾਨ ਦਾ ਨਾਮ ਸਿਕੰਦਰ ਸਿੰਘ ਉਰਫ ਪੱਪੂ ਦੱਸਿਆ ਗਿਆ ਹੈ, ਜੋ ਕਿ ਲਗਭਗ 49 ਵਰ੍ਹਿਆਂ ਦੇ ਸਨ। ਇੱਕ ਦਿਨ ਪਹਿਲਾਂ ਸਿਹਤ ਠੀਕ ਨਾ ਹੋਣ ਕਰਕੇ ਪਿੰਡ ਪਰਤੇ ਸੀ। ਇਹ ਵੀ ਪਤਾ ਲੱਗਿਆ ਕਿ ਸਿਕੰਦਰ ਸਿੰਘ ਕੋਲ ਕੋਈ ਜ਼ਮੀਨ ਨਹੀਂ ਸੀ, ਪਰ ਜ਼ਮੀਰ ਸੀ। ਜ਼ਮੀਨ ਨਾ ਹੋਣ ਦੇ ਬਾਵਜੂਦ ਵੀ ਦੋਵੇਂ ਪਿਓ ਪੁੱਤ ਬੀਤੇ 6 ਮਹੀਨਿਆਂ ਤੋਂ ਲਗਾਤਾਰ ਇਸ ਸੰਘਰਸ਼ ਦੇ ਵਿੱਚ ਜਾਂਦੇ ਆਉਂਦੇ ਅਤੇ ਹਾਜ਼ਰੀ ਭਰਦੇ ਰਹਿੰਦੇ ਸੀ। ਸਿਕੰਦਰ ਸਿੰਘ ਦੀ ਮੌਤ ਤੋਂ ਬਾਅਦ ਪੀੜਤ ਪਰਿਵਾਰ ਨੂੰ ਮੁਆਵਜ਼ਾ ਅਤੇ 1 ਜੀ ਨੂੰ ਸਰਕਾਰੀ ਨੌਕਰੀ ਦੇਣ ਦੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਮੰਗ ਕੀਤੀ ਗਈ ਹੈ। ਸੋ ਲਗਾਤਾਰ ਮੌਤਾਂ ਦਾ ਸਿਲਸਿਲਾ ਵੀ ਜਾਰੀ ਹੈ, ਪਰ ਹੌਸਲੇ ਵੀ ਬੁਲੰਦ ਨੇ। ਦੂਸਰੇ ਪਾਸੇ ਸੰਸਦ ਦੇ ਵਿੱਚ ਹੰਗਾਮੇ ਵੀ ਹੋ ਰਹੇ ਨੇ, ਪਰ ਸਰਕਾਰ ਹਾਲੇ ਵੀ ਇਹ ਗੱਲ ਮੰਨਣ ਵਾਸਤੇ ਤਿਆਰ ਨਹੀਂ ਕਿ ਅਸੀਂ ਇਹ ਜਿਹੜੇ ਕਾਨੂੰਨ ਨੇ ਉਹਨਾਂ ਤੇ ਲਕੀਰ ਮਾਰ ਦਿਆਂਗੇ, ਇਹ ਰੱਦ ਕਰ ਦਿਆਂਗੇ, ਇਹ ਵਾਪਸ ਲੈ ਲਵਾਂਗੇ। ਸੋ ਇਹ ਸੀ ਦੋਸਤੋ ਕੁੱਲ ਮਿਲਾ ਕੇ ਅੱਜ ਦਾ ਆਪਣਾ ਪ੍ਰੋਗਰਾਮ। ਜੇਕਰ ਸੱਚਮੁੱਚ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਵੀ ਕਰ ਦੇਣਾ ਤੇ ਸ਼ੇਅਰ ਵੀ ਕਰ ਦੇਣਾ। ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।